जब हम होते तब तू नाही, अब तू ही मैं नाही। अनल अगम जैसे लहर में ओदद, जल केवल जल माही। माधवी क्या कहिए भरम ऐसा, जैसा मानिए होए न तैसा रहाऊ। नरपत एक सिंहासन सोया, सुपने पिया पखारी। अष्ट राज बिशरत सुख पाया, सोगत भई हमारी। राज भुयंग प्रसंग जैसे हैं, अब कश मर्म जनाया। अनेक कटक जैसे भूल परे, अब कहते कहन न आया। सर्वे एक अनेक स्वामी, सब कट भुगवै सोई। कह रविदास हाथ पै नीरै, सहजे होए सो होई। सर्वे एक अनेक स्वामी, सब कट भुगवै सोई। कह रविदास हाथ पै नीरै, सहजे होए सो होई। परम सत्कारयोग गुरु सवारी गुरु रूप साध संगत जियो, बहुत उत्तम कर्मा वाले हो, बड़भागे हो जो ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਦੇ ਵਿੱਚੋਂ ਕੁਝ ਘੜੀਆਂ ਨੂੰ ਸਫਲਿਆਂ ਕਰਦਿਆਂ ਉਸ ਅਗੰਮੀ ਜੋਤ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਨੂੰ ਗੁਣਗਾਨ ਕਰ ਰਹੇ ਹੋ। ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੀ ਜਨਮ ਸਾਖੀ ਦੇ ਵਿੱਚੋਂ ਲੜੀਵਾਰ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹੋ। ਨਾਲ ਹੀ ਸਮੁੱਚੀਆਂ ਸੰਗਤਾਂ ਮੁਬਾਰਕਬਾਦ ਦੀਆਂ ਪਾਤਰ ਨੇ, ਜੋ ਅੱਜ ਉਹ ਅਗੰਮੀ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੇ ਪ੍ਰਕਾਸ਼ ਉਤਸਵ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮੂਹ ਸੰਗਤਾਂ ਸ਼ਰਧਾ, ਭਾਵਨਾ ਤੇ ਉਤਸ਼ਾਹ ਨਾਲ ਮਨਾ ਰਹੀਆਂ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਇੱਕ ਆਸ਼ੇ ਦੇ ਅਨੁਸਾਰ, ਇੱਕ ਟੀਚੇ ਦੇ ਨਾਲ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਨੀਵੀਂ ਜਾਤੀ ਦੇ ਭਗਤਾਂ ਸੰਤਾਂ ਮਹਾਂਪੁਰਖਾਂ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ। ਇਤਿਹਾਸ ਨੂੰ ਫਰੋਲੀਏ ਤਾਂ ਵੇਖਣ ਵਿੱਚ ਆਇਆ ਕਿ ਜਿਸ ਦੀ ਗੁੱਡੀ ਚੜ੍ਹੀ ਹੋਵੇ, ਜਿਸ ਦੇ ਧਰਮ ਦਾ ਬੋਲਬਾਲਾ ਹੋਵੇ, ਦੁਨਿਆਵੀ ਤੌਰ 'ਤੇ ਦਿਸਦੀ ਹਕੂਮਤ ਹੋਵੇ, ਉਸ ਨੂੰ ਸਾਰੇ ਝੁਕ ਝੁਕ ਕੇ ਸਲਾਮਾਂ ਕਰਿਆ ਕਰਦੇ ਨੇ। ਪਰ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਦੁਨੀਆ ਤੋਂ ਵੱਖਰਾ ਰਾਹ ਅਪਣਾਉਂਦਿਆਂ
ਮਲਕ ਭਾਗੋ ਦੇ ਘਰ ਜਾਣ ਦੀ ਬਜਾਏ ਭਾਈ ਲਾਲੋ ਦੇ ਘਰ ਨੂੰ ਤਰਜੀਹ ਦਿੱਤੀ। ਇਸੇ ਤਰ੍ਹਾਂ ਉੱਚ ਜਾਤੀ ਦੇ ਬ੍ਰਾਹਮਣਾਂ, ਸੰਤਾਂ, ਮਹਾਂਪੁਰਖਾਂ ਦੀ ਬਾਣੀ ਨੂੰ ਇੱਕ ਪਾਸੇ ਕਰਦਿਆਂ ਉਹਨਾਂ ਅਗੰਮੀ ਰੂਹਾਂ ਦੀ ਬਾਣੀ, ਜਿਹੜੇ ਹੱਥ ਕਾਰ ਵੱਲ ਚਿੱਤ ਜਾਰ ਵੱਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਬਾਣੀ ਦਾ ਜਿਨ੍ਹਾਂ ਨੇ ਇਲਾਹੀ ਬਾਣੀ ਉਚਾਰੀ, ਨਾਲ ਹੀ ਲੋਕਾਂ ਨੂੰ ਹੱਥੀਂ ਕਿਰਤ ਕਰਕੇ ਦੱਸਿਆ। ਇਹ ਨਹੀਂ ਇਕੱਲਾ ਉਪਦੇਸ਼ ਦਿੱਤਾ, ਸਗੋਂ ਕਿਰਤ ਕਰਕੇ ਦੱਸਿਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੇ ਅਜਿਹੇ ਮਹਾਂਪੁਰਖਾਂ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਕੇ ਸਾਡੇ ਲਈ ਉਹ ਮਹਾਨ ਕਾਰਜ ਕੀਤਾ। ਅੱਜ ਸਮੁੱਚੀ ਦੁਨੀਆ ਜਿੱਥੇ 10 ਗੁਰੂਆਂ ਨੂੰ ਨਤਮਸਤਕ ਹੁੰਦੀ ਹੈ, ਉੱਥੇ ਹੀ ਸਤਿਗੁਰੂ ਰਵਿਦਾਸ ਜੀ ਨੂੰ ਵੀ ਸੀਸ ਝੁਕਾਇਆ ਜਾਂਦਾ ਹੈ। ਇਸ ਮੱਤ ਦੇ ਵਿੱਚ, ਸਿੱਖ ਮੱਤ ਦੇ ਵਿੱਚ, ਸਤਿਗੁਰੂ ਰਵਿਦਾਸ ਜੀ ਨੂੰ, ਉਹਨਾਂ ਦੀ ਬਾਣੀ ਨੂੰ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ। ਅੱਜ ਜਦੋਂ ਉਹਨਾਂ ਦੀ ਬਾਣੀ ਨੂੰ ਉਚਾਰਿਆ ਜਾਂਦਾ ਹੈ, ਸਮੁੱਚੀਆਂ ਸਿੱਖ ਸੰਗਤਾਂ ਬਿਨਾਂ ਕਿਸੇ ਭੇਦ ਤੋਂ, ਬਿਨਾਂ ਕਿਸੇ ਭਾਵ ਤੋਂ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸਮੁੱਚੀਆਂ ਸਿੱਖ ਸੰਗਤਾਂ ਸਤਿਗੁਰੂ ਗੁਰੂ ਰਵਿਦਾਸ ਜੀ ਦੀ ਉਚਾਰੀ ਬਾਣੀ ਨੂੰ ਨਤਮਸਤਕ ਹੁੰਦੀਆਂ ਨੇ, ਵਿਚਾਰਦੀਆਂ ਨੇ। ਇਸ ਮਹਾਨ ਗ੍ਰੰਥ ਦੇ ਅੰਦਰ, ਇਸ ਜੋਤ ਦੇ ਅੰਦਰ ਅੱਜ ਜੇਕਰ ਅਸੀਂ ਸਤਿਗੁਰੂ ਰਵਿਦਾਸ ਜੀ ਨਾਲ ਗੱਲ ਕਰਨੀ ਹੋਵੇ, ਜੇਕਰ ਅਸੀਂ ਉਹਨਾਂ ਤੋਂ ਕੁਝ ਪੁੱਛਣਾ ਹੋਵੇ ਆਤਮਿਕ ਜੀਵਨ ਬਾਰੇ, ਆਪਣੇ ਦੁੱਖਾਂ ਬਾਰੇ, ਆਪਣੀ ਮਾਨਸਿਕ ਬਿਰਤੀ ਬਾਰੇ, ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰੂ ਗੁਰੂ ਰਵਿਦਾਸ ਜੀ ਦੀ ਮਹਿਮਾ ਅਪਰ ਅਪਾਰ, ਜਿਸ ਨੂੰ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੇ, ਸ਼ਹੀਦਾਂ ਦੇ ਸਰਤਾਜ ਨੇ 40 ਸ਼ਬਦ ਤੇ 1 ਸ਼ਲੋਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ। ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ। ਸ਼੍ਰੀ ਰਾਗ ਦੇ ਅੰਦਰ 1 ਸ਼ਬਦ, ਗੌੜੀ ਰਾਗ ਦੇ ਅੰਦਰ 5 ਸ਼ਬਦ, ਰਾਗ ਆਸਾ ਦੇ ਅੰਦਰ ਸਤਿਗੁਰੂ ਰਵਿਦਾਸ ਜੀਆਂ ਦੇ 6 ਸ਼ਬਦ, ਰਾਗ ਗੁਜਰੀ ਦੇ ਅੰਦਰ 1 ਸ਼ਬਦ, ਰਾਗ ਸੋਰਠ ਦੇ ਅੰਦਰ 7 ਸ਼ਬਦ, ਧਨਾਸਰੀ ਰਾਗ ਦੇ ਅੰਦਰ 3 ਸ਼ਬਦ, ਰਾਗ ਜੈਤਸਰੀ 1 ਸ਼ਬਦ, ਰਾਗ ਸੋਹੀ 3 ਸ਼ਬਦ, ਬਿਲਾਵਲ ਰਾਗ ਦੇ ਅੰਦਰ 2 ਸ਼ਬਦ, ਗੌਂਡ ਰਾਗ ਦੇ ਅੰਦਰ 2 ਸ਼ਬਦ, ਰਾਗ ਰਾਮਕਲੀ ਅੰਦਰ 1 ਸ਼ਬਦ, ਮਾਰੂ ਰਾਗ ਦੇ ਅੰਦਰ 2 ਸ਼ਬਦ, ਕੇਦਾਰਾ ਰਾਗ 1 ਸ਼ਬਦ, ਭੈਰੋਂ ਰਾਗ, ਬਸੰਤ ਰਾਗ 1 ਸ਼ਬਦ ਅਤੇ ਰਾਗ ਮਲਾਰ ਦੇ ਅੰਦਰ 3 ਸ਼ਬਦ, 1 ਸ਼ਲੋਕ ਸਾਹਿਤ, ਕੁੱਲ 41 ਸ਼ਬਦ 16 ਰਾਗਾਂ ਦੇ ਅੰਦਰ ਦਰਜ ਕਰਕੇ ਸਤਿਗੁਰੂ ਰਵਿਦਾਸ ਜੀ ਦੀ ਮਹਿਮਾ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਾਉਣ ਦੀ ਇੱਕ ਬਹੁਤ ਹੀ ਵੱਡੀ ਸਾਡੇ ਦੇ ਉੱਤੇ ਮਿਹਰਬਾਨੀ ਕੀਤੀ ਹੈ, ਸਾਡੇ ਦੇ ਉੱਤੇ ਉਪਕਾਰ ਕੀਤਾ ਹੈ। ਸਤਿਗੁਰੂ ਰਵਿਦਾਸ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਦੇ ਸੰਬੰਧ ਵਿੱਚ ਵੱਖ-ਵੱਖ ਇਤਿਹਾਸਕਾਰਾਂ ਨੇ ਵੱਖ-ਵੱਖ ਰਾਏ ਦਿੱਤੀਆਂ ਨੇ। ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਸਤਿਗੁਰੂ ਰਵਿਦਾਸ ਜੀ ਦੀ ਮੁਲਾਕਾਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਈ। ਭਗਤ ਰਵਿਦਾਸ ਜੀ ਦੇ ਜੀਵਨ ਅਤੇ ਉਪਦੇਸ਼ ਦੇ ਲੇਖਕ
ਲਾਲ ਸਿੰਘ ਲਿਖਦੇ ਨੇ ਕਿ ਭਗਤ ਰਵਿਦਾਸ ਜੀ ਦਾ ਗੁਰੂ ਨਾਨਕ ਦੇ ਨਾਲ ਮਿਲਾਪ ਤਾਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸੀ, ਉਸ ਯੁੱਗ ਦੀ ਜਿਸ ਵਿੱਚ ਮਨੁੱਖ ਜਾਤੀ ਨੂੰ ਜਾਤੀ ਦੇ ਨਾਮ ਕਰਕੇ ਨਹੀਂ, ਕਰਮਾਂ ਕਰਕੇ ਪਹਿਚਾਣਿਆ ਜਾਵੇਗਾ। ਜਿਸ ਯੁੱਗ ਵਿੱਚ ਹਰ ਜੀਵ ਨੂੰ ਪਰਮਾਤਮਾ ਦੀ ਅੰਸ਼ ਕਰਕੇ ਵਡਿਆਇਆ ਜਾਵੇਗਾ। ਜਿਸ ਯੁੱਗ ਵਿੱਚ ਕਿਰਤ ਤੇ ਕਿਰਤੀ ਦਾ ਸਨਮਾਨ ਹੋਵੇਗਾ। ਪੂਰਨ ਮਨੁੱਖ ਦੀ ਨਿਸ਼ਾਨੀ ਦਾ ਪਹਿਲਾ ਨੁਕਤਾ ਕਿਰਤ ਕਰਨਾ ਮੰਨਿਆ ਜਾਵੇਗਾ। ਇਸ ਮਹਾਨ ਮਿਲਣੀ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ। ਭਗਤ ਰਵਿਦਾਸ ਜੀ ਕੋਲੋਂ ਗੁਰੂ ਨਾਨਕ ਦੇਵ ਜੀਆਂ ਨੇ ਉਹਨਾਂ ਦੀ ਬਾਣੀ ਜੋ ਭਗਤ ਜੀ ਨੇ ਲਿਖ ਸਾਂਭ ਕੇ ਰੱਖੀ ਸੀ ਪ੍ਰਾਪਤ ਕੀਤੀ। ਮਿਹਰਬਾਨ ਵਾਲੀ ਪੁਰਾਤਨ ਜਨਮ ਸਾਖੀ ਅਨੁਸਾਰ ਭਾਈ ਮਰਦਾਨਾ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਗਾਇਆ ਕਰਦੇ ਸਨ। ਸਪਸ਼ਟ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉਹ ਬਾਣੀ ਆਪਣੇ ਕੋਲ ਸਾਂਭ ਕੇ ਰੱਖੀ। ਫਿਰ ਦੂਜੇ ਤੋਂ ਲੈ ਕੇ ਚੌਥੇ ਗੁਰੂ ਸਾਹਿਬਾਨਾਂ ਰਾਹੀਂ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਅਰਜਨ ਦੇਵ ਜੀਆਂ ਕੋਲ ਪਹੁੰਚੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੇ ਸਤਿਗੁਰੂ ਰਵਿਦਾਸ ਜੀ ਦੇ 40 ਸ਼ਬਦ ਇੱਕ ਸ਼ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਉਸ ਨੂੰ ਧੁਰ ਦੀ ਬਾਣੀ ਦਾ ਦਰਜਾ ਦਿੱਤਾ। ਸਿੰਘ ਬ੍ਰਦਰਜ਼ ਮਾਈ ਸੇਵਾ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਇੱਕ ਪੁਸਤਕ ਜੀਵਨ ਬਿਰਤਾਂਤ ਗੁਰੂ ਅਰਜਨ ਦੇਵ ਜੀ ਦੇ ਕਰਤਾ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਸੰਨ 1509 ਦੀ ਸ਼ਿਵਰਾਤਰੀ ਨੂੰ ਫਰਵਰੀ ਦੀ ਤਕਰੀਬਨ 19 ਤਰੀਕ ਸੀ। ਜਨਵਰੀ 1509 ਦੇ ਸ਼ੁਰੂ ਵਿੱਚ ਪ੍ਰਯਾਗਰਾਜ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਬਨਾਰਸ ਉਸ ਸਮੇਂ ਪਹੁੰਚ ਗਏ ਜਦੋਂ ਸ਼ਿਵਰਾਤਰੀ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਬਨਾਰਸ ਦੇ ਲਕਸ਼ਾ ਮਹਾਲ ਵਿੱਚ ਜਾ ਡੇਰਾ ਕੀਤਾ। ਉੱਥੇ ਉਹਨਾਂ ਦੇ ਆਗਮਨ ਦੀ ਯਾਦ ਵਿੱਚ ਹੁਣ ਗੁਰਦੁਆਰਾ ਗੁਰੂ ਕਾ ਬਾਗ ਹੈ। ਇਸੇ ਸਥਾਨ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਸਤਿਗੁਰੂ ਰਵਿਦਾਸ ਜੀਆਂ ਦਾ ਮਿਲਾਪ ਹੋਇਆ। ਉੱਚ ਕੋਟੀ ਦੇ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਅੱਗੇ ਗੁਰੂ ਨਾਨਕ ਦੇਵ ਜੀ ਵੱਲੋਂ ਕਬੀਰ ਜੀ ਦੀ ਬਾਣੀ ਦਾ ਉਤਾਰਾ ਕਰਨ ਮਗਰੋਂ ਰਵਿਦਾਸ ਜੀਆਂ ਦੀ ਬਾਣੀ ਦਾ ਉਤਾਰਾ ਬਾਰੇ ਲਿਖਦੇ ਹਨ ਕਿ ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਸਨ। ਜਿਵੇਂ ਕਬੀਰ ਜੀ ਨੇ ਬ੍ਰਾਹਮਣਾਂ ਨੂੰ ਵੰਗਾਰਿਆ ਸੀ ਕਿ ਤੁਸੀਂ ਬ੍ਰਾਹਮਣ ਹੋ ਤੇ ਅਸੀਂ ਕਿਵੇਂ ਸ਼ੂਦਰ ਹਾਂ, ਤਿਵੇਂ ਰਵਿਦਾਸ ਜੀ ਨੇ ਵੀ ਗੱਜ ਕੇ ਸ਼ੇਰਵਾਂ ਗੱਜ ਕੇ ਆਖਿਆ, ਤੁਸੀਂ ਮੈਨੂੰ ਚਮਾਰ ਚਮਾਰ ਸੱਦਦੇ ਹੋ ਪਰ ਤੁਸੀਂ ਕੌਣ ਹੋ। ਜਿਵੇਂ ਚਮਾਰ ਜੁੱਤੀਆਂ ਨੂੰ ਗੰਢਦਾ ਹੈ ਤਿਵੇਂ ਤੁਸੀਂ ਲੋਭ ਦੇ ਅਧੀਨ ਹੋ ਕੇ ਇਸ ਸਰੀਰ ਰੂਪੀ ਜੁੱਤੀ ਨੂੰ ਗੰਢੇ ਤੋਪੇ ਲਾਉਂਦੇ ਰਹਿੰਦੇ ਹੋ। ਅਸਲ ਵਿੱਚ ਤੁਸੀਂ ਹੀ ਚਮਾਰ ਹੋ। ਮੇਰਾ ਤਾਂ ਜਨਮ ਚਮਾਰਾਂ ਦੇ ਘਰ ਦਾ ਹੈ ਪਰ ਤੁਹਾਡੇ ਕਰਮ ਚਮਾਰਾਂ ਵਾਲਾ ਹਨ। ਤੁਸੀਂ ਚੰਮ ਦੇ ਪੁਜਾਰੀ ਹੋ, ਤੁਸੀਂ ਚਮਾਰ ਹੋ। ਮੈਂ ਉਸ ਅਕਾਲ ਪੁਰਖ ਦਾ ਭੇਜਿਆ ਹੋਇਆ ਦਾਸ ਹਾਂ। ਰਵਿਦਾਸ ਜੀ ਉਸੇ ਧਾਰਮਿਕ ਅਤਿਆਚਾਰਾਂ ਦਾ ਟਾਕਰਾ ਕਰ ਰਹੇ ਹਨ ਜਿਸ ਦੇ ਦਬਾਅ ਹੇਠ ਭਾਰਤ ਵਾਸੀਆਂ ਨੂੰ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੈਦਲ ਹਜ਼ਾਰਾਂ ਮੀਲਾਂ ਦਾ ਸਫ਼ਰ ਆਰੰਭਿਆ ਸੀ। ਸਤਿਗੁਰੂ ਜੀ ਦੇ ਦਿਲ ਵਿੱਚ ਰਵਿਦਾਸ ਦੇ ਬਚਨਾਂ ਲਈ ਕਦਰ ਪੈਦਾ ਹੋਣੀ ਇੱਕ ਕੁਦਰਤੀ ਗੱਲ ਸੀ। ਉਹਨਾਂ ਦੀ ਬਾਣੀ ਦਾ ਉਤਾਰਾ ਲਿਖ ਕੇ ਆਪਣੇ ਪਾਸ ਰੱਖ ਲਿਓ ਨੇ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਲਾਪ ਬਾਰੇ ਲਾਹੌਰ ਬੁੱਕ ਸ਼ਾਪ ਵੱਲੋਂ ਪ੍ਰਕਾਸ਼ਿਤ ਪੁਸਤਕ ਭਗਤ ਰਵਿਦਾਸ ਜੀ ਜੀਵਨ ਅਤੇ ਉਪਦੇਸ਼ ਦੇ ਲੇਖਕ ਲਾਲ ਸਿੰਘ ਲਿਖਦੇ ਨੇ ਕਿ ਆਪ ਜੀ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਦੇ ਨਾਲ ਬਨਾਰਸ ਦੇ ਨੇੜੇ ਉਸ ਸਮੇਂ ਹੋਇਆ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਲੋਕਾਈ ਨੂੰ ਸਹੀ ਰਾਹ ਦੱਸਦੇ ਹੋਏ ਉਸ ਇਲਾਕੇ ਵਿੱਚ ਗਏ। ਸਤਿਗੁਰੂ ਰਵਿਦਾਸ ਜੀ ਦੀ ਗੁਰੂ ਨਾਨਕ ਦੇਵ ਜੀ ਦੇ ਨਾਲ ਗੋਸ਼ਟੀ ਭਾਰਤੀ ਧਰਮ ਸ਼ਾਸਤਰ ਵਿੱਚ ਮਹੱਤਵਪੂਰਨ ਘਟਨਾ ਹੈ।
ਇਸ ਦੇ ਨਾਲ ਹੀ ਇੱਕ ਹੋਰ ਹਿੰਦੂ ਇਤਿਹਾਸਕਾਰ ਨੇ ਲਿਖਿਆ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਪਿਤਾ ਤੋਂ 20 ਰੁਪਏ ਲੈ ਕੇ ਸੱਚਾ ਸੌਦਾ ਕੀਤਾ ਤਾਂ ਉਸ ਸਮੇਂ ਆਪਣੇ ਸਫ਼ਰਾਂ ਤੇ ਨਿਕਲੇ, ਆਪਣੀਆਂ ਉਦਾਸੀਆਂ ਤੇ ਨਿਕਲੇ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਆਪਣੇ ਸਾਥੀਆਂ ਸਮੇਤ, ਸਾਧੂਆਂ ਸਮੇਤ ਉਸੇ ਜਗ੍ਹਾ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਮਿਲੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਨੂੰ ਹੀ ਭੋਜਨ ਛਕਾਇਆ ਸੀ। ਜੇਕਰ ਸਤਿਗੁਰੂ ਰਵਿਦਾਸ ਜੀ ਦੀਆਂ ਉਦਾਸੀਆਂ ਦੀ ਗੱਲ ਕਰੀਏ ਤਾਂ ਸਤਿਗੁਰੂ ਰਵਿਦਾਸ ਜੀ ਨੇ ਦੱਖਣ ਏਸ਼ੀਆ ਦੇ ਦੁਆਲੇ 6 ਸਫ਼ਰ ਕੀਤੇ। ਪਹਿਲਾ ਸਫ਼ਰ ਸਤਿਗੁਰੂ ਰਵਿਦਾਸ ਜੀਆਂ ਨੇ ਅਤੇ ਸੰਤ ਕਬੀਰ ਜੀ ਨੇ ਇਕੱਠਿਆਂ ਬਨਾਰਸ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ। ਇਹਨਾਂ ਦੋਵਾਂ ਦੇ ਨਾਲ ਸਤਿਗੁਰੂ ਰਵਿਦਾਸ ਜੀ ਦੇ ਪੁੱਤਰ ਵਿਜੈ ਦਾਸ ਜੀ ਹਮਸਫ਼ਰ ਸਨ। ਨਾਗਪੁਰ, ਭਾਗਲਪੁਰ, ਮਾਧੋਦਾਸ, ਚੰਦੋਸੀ, ਬੀਜਾਪੁਰ, ਰਾਣੀਪੁਰੀ, ਨਾਰਾਇਣਗੜ੍ਹ, ਭੋਪਾਲ, ਬਹਾਵਲਪੁਰ, ਕੋਟਾ, ਝਾਂਸੀ, ਉਦੈਪੁਰ, ਜੋਧਪੁਰ, ਅਜਮੇਰ, ਅਮਰਕੋਟ, ਅਯੁੱਧਿਆ, ਹੈਦਰਾਬਾਦ, ਕਾਠੀਆਵਾੜ, ਬੰਬਈ, ਕਰਾਚੀ, ਜੈਸਲਮੇਰ, ਚਿਤੌੜ, ਕੋਹਾੜ, ਖੈਬਰ ਦਰਾ, ਜਲਾਲਾਬਾਦ, ਸ਼੍ਰੀਨਗਰ, ਡਲਹੌਜੀ, ਗੋਰਖਪੁਰ ਹੁੰਦੇ ਹੋਏ ਫਿਰ ਵਾਪਸ ਬਨਾਰਸ। ਦੂਸਰੇ ਸਫ਼ਰ ਦੇ ਦੌਰਾਨ ਸਤਿਗੁਰੂ ਰਵਿਦਾਸ ਜੀਆਂ ਨੇ ਦੂਜੀ ਯਾਤਰਾ ਗੋਰਖਪੁਰ, ਪ੍ਰਤਾਪਗੜ੍ਹ, ਸ਼ਾਹਜਹਾਂਪੁਰ ਦੀ ਕੀਤੀ। ਥਾਂ ਥਾਂ ਤੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਥਾਂ ਥਾਂ ਤੇ ਸੰਗਤਾਂ ਨੂੰ ਉਸ ਨਿਰੰਕਾਰ ਅਕਾਲ ਪੁਰਖ ਨਾਲ ਜੋੜਿਆ। ਪ੍ਰਭੂ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦਿਆਂ ਤੀਜਾ ਸਫ਼ਰ ਸਤਿਗੁਰੂ ਰਵਿਦਾਸ ਜੀਆਂ ਨੇ ਹਿਮਾਚਲ ਪ੍ਰਦੇਸ਼ ਦਾ ਕੀਤਾ। ਚੌਥੇ ਸਫ਼ਰ ਦੇ ਵਿੱਚ ਹਰਿਦੁਆਰ, ਗੋਦਾਵਰੀ, ਕੁਰੂਕਸ਼ੇਤਰ, ਤ੍ਰਿਵੇਣੀ ਹੋਰ ਥਾਵਾਂ ਤੇ ਜਾ ਕੇ ਸੰਤਾਂ, ਭਗਤਾਂ, ਨਾਥਾਂ, ਸਿੱਧਾਂ, ਅਮੀਰਾਂ ਤੇ ਗਰੀਬਾਂ ਨੂੰ ਉਪਦੇਸ਼ ਦਿੱਤਾ, ਧਰਮ ਦੇ ਨਾਲ ਜੋੜਿਆ, ਹੱਥੀਂ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਪੰਜਵੇਂ ਸਫ਼ਰ ਦੇ ਵਿੱਚ ਸਤਿਗੁਰੂ ਰਵਿਦਾਸ ਜੀਆਂ ਨੇ ਗਾਜੀਪੁਰ ਦੇ ਰਾਜਾ ਰੂਪ ਪ੍ਰਤਾਪ, ਚੰਦਰ ਪ੍ਰਤਾਪ ਦੇ ਸੱਦੇ ਤੇ ਆਪਣੇ ਮਰੀਦਾਂ ਤੇ ਸਾਥੀਆਂ ਸਮੇਤ, ਸੇਵਕਾਂ ਸਮੇਤ ਗਾਜੀਪੁਰ ਪਹੁੰਚੇ। ਛੇਵੇਂ ਸਫ਼ਰ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਪੰਜਾਬ ਦੇ ਇਲਾਕੇ ਲੁਧਿਆਣੇ ਦੇ ਰਾਹੀਂ ਚੱਕ ਹਕੀਮਾ, ਫਗਵਾੜਾ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਮੁਲਤਾਨ ਇਸੇ ਉਦਾਸੀ ਦੇ ਦੌਰਾਨ, ਇਸੇ ਸਫ਼ਰ ਦੇ ਦੌਰਾਨ ਆਪ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਰਾਲਗੜ੍ਹ, ਜਿਸ ਦਾ ਕਿ ਆਪ ਜੀਆਂ ਨੇ ਪਿੱਛੇ ਜ਼ਿਕਰ ਵੀ ਕੀਤਾ ਹੈ, ਇਸ ਸਫ਼ਰ ਦੇ ਦੌਰਾਨ 4 ਸਾਲ 2 ਮਹੀਨੇ 11 ਦਿਨ ਖਰਾਲਗੜ੍ਹ ਦੀ ਧਰਤੀ ਤੇ ਰੁਕੇ ਸਨ। ਸਤਿਗੁਰੂ ਰਵਿਦਾਸ ਜੀਆਂ ਨੇ ਬੇਸ਼ੱਕ ਦੁਨਿਆਵੀ ਪੜ੍ਹਾਈਆਂ ਨਹੀਂ ਪੜ੍ਹੀਆਂ, ਪਰ ਅਧਿਆਤਮਿਕ ਤੌਰ ਤੇ ਉਹ ਪੜ੍ਹਾਈਆਂ ਉਹ ਆਪ ਤਾਂ ਪੜ੍ਹੇ ਹੀ ਸਨ ਕੁਦਰਤ ਦੇ ਵੱਲੋਂ, ਤੇ ਸਾਨੂੰ ਵੀ ਉਹ ਪੜ੍ਹਾਈਆਂ ਪੜ੍ਹਾ ਗਏ ਜਿਸ ਦੇ ਬਾਰੇ ਅੱਜ ਕੱਲ੍ਹ ਵੱਡੇ ਵੱਡੇ ਵਿਦਵਾਨ PhDਆਂ ਕਰ ਰਹੇ ਨੇ। ਉਹਨਾਂ ਦੇ ਇੱਕ ਸ਼ਬਦ ਤੇ ਅਨੇਕਾਂ ਹੀ ਵਿਦਵਾਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰ ਦਿੱਤੀ, ਪਰ ਅਧਿਆਤਮਕ ਉਸੇ ਨੂੰ ਹੀ ਸਮਝ ਪਵੇਗਾ ਜਿਹੜਾ ਅਧਿਆਤਮਕ ਦੇ ਰਾਹ ਤੇ ਚੱਲੇਗਾ। ਸਤਿਗੁਰੂ ਰਵਿਦਾਸ ਜੀਆਂ ਨੂੰ ਕਿਸੇ ਨੇ ਪ੍ਰਸ਼ਨ ਕੀਤਾ, ਪਰਮਾਤਮਾ ਕਿੰਨੀ ਕੁ ਦੂਰ ਹੈ? ਪਰਮਾਤਮਾ ਕਿੱਥੇ ਕੁ ਵਸਦਾ ਹੈ? ਇਨਸਾਨ ਤੋਂ ਕਿੰਨੀ ਦੂਰ ਹੈ? ਸੋਰਠ ਰਾਗ ਦੇ ਅੰਦਰ ਸਤਿਗੁਰਾਂ ਨੇ ਇੱਕ ਸ਼ਬਦ ਉਚਾਰਨ ਕੀਤਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। हे ਪਰਮਾਤਮਾ, हे ਅਕਾਲ ਪੁਰਖ, ਜਦੋਂ ਮੇਰੇ ਅੰਦਰ ਮੈਂ ਹੈ, ਮੇਰੇ ਅੰਦਰ ਹਉਮੈ ਹੈ, ਹੰਕਾਰ ਹੈ, ਤਦੋਂ ਤੂੰ ਮੇਰੇ ਤੋਂ ਬਹੁਤ ਦੂਰ ਹੈ। ਤੂੰ ਮੇਰੇ ਨੇੜੇ ਨਹੀਂ, ਪਰ ਜਿਉਂ ਹੀ ਤੇਰੀ ਨਜ਼ਰ ਸਵੱਲੀ ਹੋ ਗਈ, ਜਿਵੇਂ ਹੀ ਤੇਰੀ ਕਿਰਪਾ ਹੋ ਗਈ, ਜਿਵੇਂ ਹੀ ਤੇਰੀ ਰਹਿਮਤ ਹੋ ਗਈ, ਮੇਰੇ ਅੰਦਰੋਂ ਮੈਂ ਖਤਮ ਹੋਈ, ਤੇਰੀ ਆਮਦ ਹੋ ਗਈ।
जब हम होते तब तू नाही, अब तू ही मैं नाही। अनल अगम जैसे लहर में उदत, जल केवल जल माही। सूरज ਦੀਆਂ ਕਿਰਨਾਂ ਪਈਆਂ, ਬਰਫ਼ ਢਲੀ, ਪਾਣੀ ਜਿਹੜਾ ਜੰਮ ਕੇ ਬਰਫ਼ ਦਾ ਰੂਪ ਹੋ ਗਿਆ ਸੀ ਮੁੜ ਕੇ ਫਿਰ ਪਾਣੀ ਹੋ ਗਿਆ। ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਤਿਹਾਸ ਦੇ ਵਿੱਚ ਖੋਜਣ ਤੋਂ ਪਤਾ ਚੱਲਦਾ ਕਿ ਸਤਿਗੁਰੂ ਰਵਿਦਾਸ ਜੀਆਂ ਨੂੰ ਮਾਧੋ ਸ਼ਬਦ ਨਾਲ ਬੜਾ ਪਿਆਰ ਸੀ। ਉਹ ਅਕਸਰ ਪਰਮਾਤਮਾ ਨੂੰ ਮਾਧੋ ਸ਼ਬਦ ਦੇ ਨਾਲ ਜਾਂ ਮਾਧਵੇ ਸ਼ਬਦ ਦੇ ਨਾਲ ਉਚਾਰਨ ਕਰਿਆ ਕਰਦੇ ਸਨ। ਮਾਧੋ ਮਾਧਵੇ ਕਿਆ ਕਹੀਏ ਭਰਮ ਐਸਾ। ਮਾਧਵੇ ਜਿਹੜਾ ਸ਼ਬਦ ਹੈ ਸੰਸਕ੍ਰਿਤ ਧਾਰਮਿਕ ਪੁਸਤਕਾਂ ਦੇ ਵਿੱਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ, ਪਰ ਇੱਥੇ ਸਤਿਗੁਰੂ ਰਵਿਦਾਸ ਜੀ ਨਾ ਤੇ ਕਿਸੇ ਰਾਮ ਦੇ ਨਾ ਕਿਸੇ ਕ੍ਰਿਸ਼ਨ ਦੇ ਉਪਾਸ਼ਕ ਸਨ, ਉਹ ਤੇ ਅਕਾਲ ਪੁਰਖ ਦੇ ਉਪਾਸ਼ਕ ਸਨ। ਕਹਿੰਦੇ ਹੇ ਅਕਾਲ ਪੁਰਖ, ਇੱਕ ਐਸਾ ਭਰਮ ਹੈ ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਅਸੀਂ ਵੇਖ ਰਹੇ ਹਾਂ ਉਹ ਹੈ ਨਹੀਂ, ਜੋ ਦਿਸ ਰਿਹਾ ਉਹ ਨਾਸ਼ਵਾਨ ਹੈ। ਉਹ ਹੈ ਨਹੀਂ, ਜੋ ਨਹੀਂ ਹੈ ਉਹ ਹੈ। ਜੋ ਸਾਡੀਆਂ ਅੱਖਾਂ ਦੇਖ ਰਹੀਆਂ ਨੇ ਚਾਰ ਸਫੇਰੇ, ਉਹ ਸਭ ਝੂਠ ਦਾ ਪੁਜਾਰਾ ਹੈ ਤੇ ਸੱਚਾ ਕੇਵਲ ਪਰਮਾਤਮਾ ਹੈ। ਜੈਸਾ ਮਾਨੀਏ ਹੋਏ ਨਾ ਤੈਸਾ। ਰਹਾਉ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਿਆ ਭਖਾਰੀ। ਅਸ਼ਤ ਰਾਜ ਬਿਸ਼ਰਤ ਸੁਖ ਦੁਖ ਪਾਇਆ, ਸੋਗਤ ਭਈ ਹਮਾਰੀ। ਇੱਕ ਰਾਜਾ ਸੁਪਨਾ ਲਿਆ, ਨੀਂਦ ਵਿੱਚ ਸੌਂ ਗਿਆ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਿਆ ਭਿਖਾਰੀ। ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਗਿਆ। ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਉਹਦਾ ਰਾਜ ਭਗ ਜਾਂਦਾ ਰਿਹਾ ਭਿਖਾਰੀ ਬਣ ਕੇ। ਸੁਪਨੇ ਦੇ ਅੰਦਰ ਰਾਜੇ ਦਾ ਬੜਾ ਪਛਤਾ ਰਿਹਾ ਹੈ, ਦੁੱਖ ਭੋਗ ਰਿਹਾ ਹੈ। ਉਹੀ ਹਾਲਾਤ ਹੈ। ਕਹਿੰਦੇ ਅਕਾਲ ਪੁਰਖ ਜੀ ਸਾਡੀ ਹੈ। ਸਾਨੂੰ ਤੁਸੀਂ ਕਿਹੜੇ ਕੰਮ ਨੂੰ ਇਸ ਸੰਸਾਰ ਤੇ ਭੇਜਿਆ? ਅਸੀਂ ਕਿਹੜਾ ਕੰਮ ਕਰ ਰਹੇ ਹਾਂ? ਭੁੱਲ ਗਏ ਹਾਂ ਤੇਰੇ ਨਾਮ ਨੂੰ, ਭੁੱਲ ਗਏ ਹਾਂ ਉਪਕਾਰਾਂ ਨੂੰ, ਭੁੱਲ ਗਏ ਹਾਂ ਤੇਰੇ ਨਾਮ ਨੂੰ, ਭੁੱਲ ਗਏ ਹਾਂ ਤੇਰੀਆਂ ਰਹਿਮਤਾਂ ਨੂੰ। ਹੇ ਪ੍ਰਭੂ, ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ। ਅੱਗੇ ਫਰਮਾਨ ਕਰਦੇ ਨੇ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨ ਆਇਆ। ਸਰਵੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਕਹਿ ਰਵਿਦਾਸ ਹੱਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਆਖਦੇ ਨੇ, ਹੇ ਸੁਆਮੀ ਤੁਸੀਂ ਸਾਰੀਆਂ ਘਟਾਂ 'ਤੇ ਮੌਜੂਦ ਹੋ। ਘਟ ਘਟ ਮੈਂ ਹਰ ਜੂਬ ਸਹਿ, ਸੰਤਨ ਕਹਿਓ ਪੁਕਾਰ। ਕਹਿ ਰਵਿਦਾਸ ਹੱਥ ਪੈ ਨੇੜੇ। ਉਸ ਇਨਸਾਨ ਨੂੰ ਕਹਿੰਦੇ ਨੇ ਉਹ ਪਰਮਾਤਮਾ ਹੱਥ ਤੋਂ ਵੀ ਨੇੜੇ ਹੈ। ਆਖਿਆ ਕਿਵੇਂ? ਸਾਡੇ ਸਰੀਰ 'ਤੇ ਕਿਸੇ ਵੀ ਅੰਗ 'ਤੇ ਸੱਟ ਲੱਗੇ, ਸਭ ਤੋਂ ਪਹਿਲਾਂ ਸਾਡਾ ਹੱਥ ਉਸ ਸਥਾਨ ਵੱਲ ਦੌੜਦਾ, ਉਸ ਜਗ੍ਹਾ ਵੱਲ ਦੌੜਦਾ, ਸਰੀਰ ਦੇ ਉਸ ਹਿੱਸੇ ਵੱਲ ਦੌੜਦਾ। ਸਭ ਤੋਂ ਪਹਿਲਾਂ ਸਾਡਾ ਹੱਥ ਉੱਤੇ ਪਹੁੰਚਦਾ ਜਿੱਥੇ ਸਾਡੇ ਸੱਟ ਵੱਜਦੀ ਹੈ। ਪਰ ਕਹਿੰਦੇ ਪਰਮਾਤਮਾ ਹੱਥ ਤੋਂ ਵੀ ਵੱਧ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਮਿਲਦਾ ਕਿਹਨਾਂ ਨੂੰ ਹੈ? ਜਿਨ੍ਹਾਂ ਨੂੰ ਸਹਿਜ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਹੜੇ ਉਹਦੇ ਆਨੰਦ ਦੇ ਵਿੱਚ, ਉਹਦੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ। ਆਓ ਆਪਾਂ ਵੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਕਰੀਏ, ਉਹਨਾਂ ਦੇ ਚਰਨਾਂ ਦੇ ਨਾਲ ਜੁੜੀਏ। ਆਪਣੇ ਪਰਿਵਾਰਾਂ ਨੂੰ, ਆਪਣੇ ਸਾਥੀਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਸਤਿਗੁਰੂ ਰਵਿਦਾਸ ਜੀ ਦੇ ਚਰਨਾਂ ਦੇ ਨਾਲ ਜੋੜੀਏ। ਸਮੇਂ 'ਚੋਂ ਸਮਾਂ ਕੱਢਿਆ ਆਪ ਜੀਆਂ ਦਾ ਧੰਨਵਾਦ ਹੈ। ਗੱਜ ਵੱਜ ਕੇ ਆਖੋ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ। ਹੋਵੇ ਦੁੱਖ ਦਰਿਦਰ ਦਾ ਨਾਸ, ਹੋਵੇ ਦੁੱਖ ਦਰਿਦਰ ਦਾ ਨਾਸ।